अस्सलाम वालेकुम वीडियो के भराओ की हाल है। ठीक हो से ठीक है। उम्मीद है सब लोग ठीक होवोगे, खैरियत नाल होवोगे तो फिट फाट होवोगे। मैं एक दफ़ा फिर आ गया थोड़े अपने चैनल शानी 99 तो जिस तरह तुहानू पता है कि अजकल साड़ियाँ गप्पां चलदियां न पियां कबूतरबाजी दियां। ते कबूतरबाजी दे भाई जी रोले पे ने पाकिस्तान विच होर किधरे होवे ना होवे, पाकिस्तान विच भाई जी कबूतरबाजी दे जेह्ड़ा है ना ओह् रोले पे ने। रोले भी बड़े डाढे पे ने जिसनूं तुहानू पता है कईयां बेचारियां दे कबूतर नहीं पूरे होंदे पे ते कईयां ने पर बटाई थोड़े दित्ते ने। ते एह् मौसम जेह्ड़ा ना भाई जी एह् मौसम बहुत जेह्ड़ा खतरनाक मौसम है। ते नाले जेह्ड़ा ना मैं तुहानू ना फेसबुक ते एक मैं कल एक शार्ट चाढ़ेआ सी अली हुसैन दे नां तू पेज है उहदे ते मैं कल शार्ट एक चाढ़ेआ हा। ਉਹਦੇ 'ਚ ਮੈਂ ਗੱਲ ਕੀਤੀ ਸੀ कि ਉਹਦੇ 'ਤੇ ਥੋੜ੍ਹਾ ਜਿਹਾ ਜਿਹੜਾ ਨਾ ਹੁਣ ਥੋੜ੍ਹੀ ਜਿਹੀ ਰੋਸ਼ਨੀ ਪਾਈਏ ਕਿ ਆਖਦੇ ਨੇ ਉਹਨੂੰ। ਅਤੇ ਰੋਸ਼ਨੀ ਉਹ ਇੰਝ ਹੈ ਨਾ ਕਿ ਸਿਆਣੇ ਕਬੂਤਰ ਦੀ ਗੱਲ ਹੁੰਦੀ ਸੀ ਵੀ ਕਿ ਸਿਆਣਾ ਕਬੂਤਰ ਜਿਹੜਾ ਨਾ ਉਹ ਕਿਹੜਾ ਹੈ। ਅਤੇ ਉਹ ਜਿਹੜਾ ਸਿਆਣਾ ਕਬੂਤਰ ਹੋਣਾ ਹੈ ਨਾ ਉਹ ਜਿਹੜਾ ਉਸਤਾਦ ਆ ਦਿੰਦਾ ਵਾ ਤੁਹਾਨੂੰ ਕਬੂਤਰ ਹੀ ਤੁਹਾਡਾ ਉਸਤਾਦ ਹੈ। ਅਤੇ ਉਹ ਕਬੂਤਰ ਜਿਹੜਾ ਨਾ ਉਹ ਕਬੂਤਰ ਹੀ ਤੁਹਾਡਾ ਉਸਤਾਦ ਕਿੰਝ ਹੁੰਦਾ। ਅੱਜ ਇਹਦੇ 'ਤੇ ਗੱਲ ਕਰ ਰਹੇ ਹਾਂ। ਅਤੇ ਮੈਂ ਕੱਲ੍ਹ ਗੱਲ ਕੀਤੀ ਕਿ ਜਿਹੜਾ ਕਬੂਤਰ ਰੋਜ਼ ਸ਼ਾਮ ਦੀ ਪ੍ਰਵਾਜ਼ ਦਿੰਦਾ ਪਿਆ ਅਤੇ ਜਿਸ ਦਿਹਾੜੇ ਮੌਸਮ ਖਰਾਬ ਹੁੰਦਾ ਉਸ ਦਿਹਾੜੇ ਉਹ ਕਬੂਤਰ ਕੀ ਕਰਦਾ ਸਾਰਿਆਂ ਕਬੂਤਰਾਂ ਤੋਂ ਪਹਿਲਾਂ ਬਹਿ ਜਾਂਦਾ ਅਤੇ ਦੂਜੇ ਜਿਹੜੇ ਕਬੂਤਰ ਨੇ ਉਹਨਾਂ ਨੂੰ ਲਾ ਜਾਂਦਾ ਛੰਡਾ। ਉਹ ਆਪਣੇ ਜ਼ੋਰ 'ਤੇ ਆਪਣੀ ਮੌਜ ਵਿੱਚ ਹੁੰਦੇ ਨੇ ਅਤੇ ਉਹਦੀ ਗੱਲ ਸੁਣਦੇ ਨਹੀਂ। ਜਿਹੜਾ ਪੁਰਾਣਾ ਉੱਡਦਾ ਆਉਂਦਾ ਹੁੰਦਾ ਨਾ ਪਿਆ ਅੱਲਾਹ ਪਾਕ ਨੇ ਹਰ ਚੀਜ਼ ਦੇ ਵਿੱਚ ਇੱਕ ਜਿਹੜਾ ਨਾ ਸਲਾਹੀਅਤ ਰੱਖੀ ਹੁੰਦੀ ਹੈ ਲਹਿਦਾ ਵੱਖਰੀ ਵੱਖਰੀ। ਕੋਈ ਬੰਦਾ ਅੱਛੀ ਗੱਲ ਕਰ ਲੈਂਦਾ, ਕੋਈ ਬੰਦਾ ਅੱਛੇ ਤਰੀਕੇ ਨਾਲ ਸਮਝਾ ਲੈਂਦਾ, ਕੋਈ ਬੰਦੇ ਨੂੰ ਰੱਬ ਦੀ ਜ਼ਾਤ ਨੇ ਹਕਮਤ ਦਿੱਤੀ ਹੁੰਦੀ ਹੈ ਉਹ ਹਕਮਤ ਨਾਲ ਗੱਲ ਕਰਕੇ ਬੰਦੇ ਨੂੰ ਸਮਝਾ ਲੈਂਦਾ। ਕੋਈ ਬੰਦਾ ਹੁੰਦਾ ਉਹ ਜ਼ੋਰ ਨਾਲ ਗੱਲ ਕਰਦਾ ਅਤੇ ਕੋਈ ਬੰਦੇ ਹੁੰਦੇ ਨੇ ਉਹ ਅਕਲ ਨਾਲ ਗੱਲ ਕਰਦੇ ਨੇ ਕੰਮ ਕਰਦੇ ਨੇ। ਅਤੇ ਇਸੇ ਤਰ੍ਹਾਂ ਪਰਿੰਦਿਆਂ ਵਿੱਚ ਵੀ ਰੱਬ ਦੀ ਜ਼ਾਤ ਨੇ ਉਹਨਾਂ ਦੇ ਜਿਹੜੇ ਨਾ ਉਹ ਡਿਫਰੈਂਟ ਸਿਸਟਮ ਰੱਖੇ ਨੇ। ਹਰ ਕਬੂਤਰ ਦੀ ਆਪਣੀ ਤਬੀਅਤ ਹੈ ਜਿਸ ਤਰ੍ਹਾਂ ਹਰ ਬੰਦੇ ਦੀ ਆਪਣੀ ਤਬੀਅਤ ਹੈ। ਅਤੇ ਜਿਹੜਾ ਕਬੂਤਰ ਭਾਈ ਜੀ ਰੋਜ਼ ਸ਼ਾਮ ਦੀ ਫਿਰਤ ਦਿੰਦਾ ਪਿਆ ਅਤੇ ਉਹ ਤੂਫਾਨ ਵਾਲੇ ਦਿਹਾੜੇ ਜਾਂ ਬਾਰਿਸ਼ ਵਾਲੇ ਦਿਹਾੜੇ ਉਹ ਪਹਿਲਾਂ ਆ ਜਾਂਦਾ ਅਤੇ ਮੇਰੇ ਹਿਸਾਬ ਨਾਲ ਉਹ ਹੀ ਕਬੂਤਰ ਸਿਆਣਾ, ਉਹ ਹੀ ਕਬੂਤਰ ਚੰਗਾ ਨਸਲੀ, ਮਤਲਬ ਕਿ ਇਤਨੀ ਕੁ ਅਕਲ ਕਰਨੇ ਵਾਲਾ ਕਬੂਤਰ ਮੈਂ ਭਾਈ ਜੀ ਬਹੁਤ ਘੱਟ ਤੱਕੇ ਨੇ। ਅਤੇ ਬਹੁਤ ਮੈਂ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਮੈਂ ਸ਼ੌਕ ਕੀਤਾ ਉਹਦੇ ਵਿੱਚ ਮੈਂ 5 ਤੋਂ 6 ਕਬੂਤਰ ਤੱਕੇ ਹੋਣੇ ਨੇ ਆਏ ਦੇ ਜਿਹੜੇ ਮੌਸਮ ਖਰਾਬ ਹੋਣ ਤੋਂ ਘੰਟਾ ਡੇਢ ਪਹਿਲਾਂ ਘਰ ਪਹੁੰਚ ਆਉਂਦੇ ਸਨ। ਅਤੇ ਉਹ ਹੁਣ ਜਿਹੜਾ ਨਾ ਬੜਾ ਦੁੱਖ ਹੁੰਦਾ ਹੈ ਕਿ ਯਾਰ ਉਹ ਕਬੂਤਰ ਜੇ ਕਦੇ ਨਾ ਹੁਣ ਉਹਦੇ ਜਦੋਂ ਕਬੂਤਰਬਾਜ਼ੀ ਦੀ ਸਮਝ ਲੱਗਦੀ ਹੈ ਵੀ ਅਤੇ ਉਦੋਂ ਸਮਝ ਆਉਂਦੀ ਹੈ ਵੀ ਕਿ ਯਾਰ ਉਹ ਕਬੂਤਰ ਹੁਣ ਹੁੰਦੇ ਨਾ ਅਤੇ ਬੜਾ ਜਿਹੜਾ ਨਾ ਮਜ਼ਾ ਆਉਣਾ, ਬੜੀ ਉਹਨਾਂ ਦੀ ਅੱਗੇ ਨਸਲ ਬਣਦੀ ਸੀ। ਮਗਰ ਇਹ ਹੈ ਕਿ ਚਲੋ ਉਹਨਾਂ ਕਬੂਤਰਾਂ ਨੂੰ ਤੱਕ ਕੇ ਜਾਂ ਉਸਤਾਦ ਬੰਦੇ ਜਿਹੜੇ ਨੇ ਉਹਨਾਂ ਦੀਆਂ ਗੱਲਾਂ ਸੁਣ ਕੇ ਅਤੇ ਜਿਹੜਾ ਨਾ ਉਹ ਇਸ ਚੀਜ਼ ਦਾ ਪਤਾ ਚੱਲ ਗਿਆ। ਤਜਰਬੇ ਨਾਲ ਹੀ ਪਤਾ ਲੱਗਦਾ ਨਾ। ਅਤੇ ਜਿਹੜਾ ਉਸਤਾਦ ਬੰਦੇ ਤਜਰਬੇ ਕਰਦੇ ਹੁੰਦੇ ਨੇ ਅਤੇ ਉਹ ਜਿਸ ਟਾਈਮ ਉਹ ਗੱਲ ਕਰਦੇ ਨੇ ਨਾ ਅਤੇ ਉਹ ਤਜਰਬੇ ਨਾਲ ਗੱਲ ਕਰਦੇ ਨੇ, ਐਵੇਂ ਵਾਹ ਵੀ ਤੀਰ ਨਹੀਂ ਮਾਰਦੇ। ਅਤੇ ਉਹਨਾਂ ਨੇ ਨਾ ਇਹ ਐਸਨਪੁਰੀ ਰੁਸਤਮੇ ਫੈਸਲਾਬਾਦ ਐਸਨ ਰਸ਼ੀਦ ਪੁਰੀ ਸਾਹਿਬ ਮੀਆਂ ਐਸਨ ਰਸ਼ੀਦ ਪੁਰੀ ਨੇ ਜੀ ਹਾਂ, ਉਹਨਾਂ ਦਾ ਕਬੂਤਰ ਇੱਕ ਜਿਹੜਾ ਨਾ ਉਹ ਲਗਾਤਾਰ ਪੂਰਾ ਸਾਲ ਉੱਡਦਾ ਆ ਰਿਹਾ। ਕੀ ਕਰਦਾ ਸੀ ਪਿਆ ਪੂਰਾ ਸਾਲ ਲਗਾਤਾਰ ਗਰਮੀ ਸਰਦੀ ਦਰਮਿਆਨਾ ਮੌਸਮ ਸਖਤ ਮੌਸਮ ਸਾਰੇ ਮੌਸਮ ਉਹ ਪੂਰੇ ਸਾਲ ਵਿੱਚ ਜਿਹੜਾ ਕਬੂਤਰ ਉੱਡ ਕੇ ਆਉਂਦਾ ਉਹ ਤੱਕ ਲੈਂਦਾ। ਅਤੇ ਜਿਸ ਟਾਈਮ ਉਹ ਕਬੂਤਰ ਸ਼ਾਮੀ ਬਹਿੰਦਾ ਨਾ ਇੱਕ ਦਿਹਾੜੇ ਅਤੇ ਇੰਟਰਵਿਊ ਕਰਨ ਵਾਲਾ ਬੰਦਾ ਉਹਨਾਂ ਕੋਲ ਗਿਆ ਅਤੇ ਉਹਨਾਂ ਨੇ ਆਖਿਆ ਭਾਈ ਜੀ ਭਾਈ ਉਹ ਕਬੂਤਰ ਫੜ ਕੇ ਲਿਆਓ ਜਿਹੜਾ ਪੂਰਾ ਸਾਲ ਉੱਡਦਾ ਆ ਰਿਹਾ। ਕਬੂਤਰ ਫੜ ਕੇ ਆਉਂਦਾ ਨੇ ਸ਼ੌਕ ਜਿਸ ਤਰ੍ਹਾਂ ਯੂਟਿਊਬ 'ਤੇ ਕਰਾਉਂਦੇ ਨੇ ਸ਼ੌਕ ਕਰਾਇਆ ਨੇ। ਉਹ ਸ਼ੌਕ ਕਰਾਉਂਦਿਆਂ ਨਾ ਉਹ ਐਸਨਪੁਰੀ ਸਾਹਿਬ ਨੇ ਗੱਲ ਕੀਤੀ। ਉਹਨਾਂ ਨੇ ਆਖਿਆ ਭਾਈ ਮੈਨੂੰ ਜਿਹੜੀ ਇਸ ਕਬੂਤਰ ਦੇ ਚੀਜ਼ ਵਿੱਚ ਡਿਫਰੈਂਟ ਲਹਿਦਾ ਨਜ਼ਰ ਆਉਂਦੀ ਹੈ ਨਾ ਵੀ ਉਹ ਇਸ ਕਬੂਤਰ ਦੀ ਅੱਖ ਹੈ।
ਕਿ ਜਿਹੜੀ ਬਿਲਕੁਲ ਉੱਤੇ ਸਿਰ ਦੇ ਨਾਲ ਲੱਗੀ ਹੈ ਤੇ ਔਰ ਚੁੰਝ ਜਿਹੜੀ ਹੈ ਉਹ ਕਬੂਤਰ ਦੀ ਅੱਖ ਜਿਹੜੀ ਥੱਲੇ ਵਾਲਾ ਹਿੱਸਾ ਨਾ ਪਲਕ ਦਾ, ਥੱਲੇ ਵਾਲੀ ਸਾਈਡ ਜਿਹੜੀ ਪਲਕ ਦੀ ਇੱਕ ਉੱਤੇ ਵਾਲੀ ਹੈ, ਇੱਕ ਥੱਲੇ ਵਾਲੀ ਪਲਕ ਹੈ। ਜਿਹੜੀ ਥੱਲੇ ਵਾਲੀ ਪਲਕ ਹੈ ਨਾ, ਥੱਲੇ ਵਾਲੀ ਪਲਕ ਤੋਂ ਜਿਹੜਾ ਚੁੰਝ ਦਾ ਲੈਵਲ ਹੈ ਨਾ ਉਹ ਨੀਵਾਂ ਇਸ ਕਬੂਤਰ ਦਾ, ਮੈਂ ਇਹਦੇ ਵਿੱਚ ਇਹ ਤੱਕਿਆ। ਮਤਲਬ ਉਹਨਾਂ ਦੀ ਗੱਲ ਕਰਨੇ ਦਾ ਇਹ ਪੁਆਇੰਟ ਕਿ ਇਸ ਕਬੂਤਰ ਦੇ ਵੀ ਡਿਫਰੈਂਟ ਚੀਜ਼ ਇਹ ਹੈ ਕਿ ਇਹਦੀ ਅੱਖ ਜਿਹੜੀ ਹੈ ਉੱਤੇ ਬਿਲਕੁਲ ਸਿਰ ਦੇ ਨਾਲ ਜੁੜ ਕੇ ਲੱਗੀ ਹੈ ਤੇ ਚੁੰਝ ਜਿਸ ਤਰ੍ਹਾਂ ਨਜ਼ਰ ਆਉਂਦੀ ਹੈ ਵੀ ਜਿਸ ਤਰ੍ਹਾਂ ਅੱਖ ਤੋਂ ਨੀਵੀਂ ਹੈ। ਉੱਥੋਂ ਇਹ ਪਤਾ ਲੱਗਾ ਕਿ ਇਹ ਇੱਕ ਬੜੇ ਸਿਆਣੇ ਕਬੂਤਰ ਦੀ, ਬੜੇ ਅੱਛੇ ਸਿਆਣੇ ਕਬੂਤਰ ਦੀ ਅੱਖ ਹੈ ਕਿ ਜਿਹੜੀ ਇਹ ਵੀ ਇੱਕ ਨਿਸ਼ਾਨੀਆਂ ਵਿੱਚੋਂ ਨਿਸ਼ਾਨੀ ਹੈ ਕਿ ਅੱਖ ਜਿਹੜੀ ਆ ਉੱਤੇ ਬਿਲਕੁਲ ਜੁੜੀ, ਜਿਹੜੀ ਹੈ ਨਾ ਸਿਰ ਦੇ ਨਾਲ ਇੰਝ ਲੱਗੇ ਬਈ ਸਿਰ ਦੇ ਨਾਲ ਉੱਤੇ ਜੁੜੀ ਆ ਅੱਖ। ਇਹ ਤੁਸੀਂ ਭਾਵੇਂ ਜਿਹੜੇ ਦਿਲ ਕਬੂਤਰ ਲੈ ਲਓ, ਜਿਹੜੇ ਅੱਛੇ ਕਬੂਤਰ ਨੇ ਨਾ ਉਹਨਾਂ ਦੇ ਵੀ ਤਕਰੀਬਨ ਉਹਨਾਂ ਦੀ ਅੱਖ ਇੰਝ ਹੀ ਲੱਗੀ ਤਾਂ ਜਿੰਝ ਉੱਤੇ ਬਿਲਕੁਲ ਸਿਰ ਦੇ ਨਾਲ ਜੁੜੀ ਹੈ। ਤੇ ਉੱਥੋਂ ਇਹ ਚੀਜ਼ ਦਾ ਪਤਾ ਲੱਗਦਾ ਕਿ ਭਾਈ ਜੀ ਜਿਹੜਾ ਕਬੂਤਰ ਤੁਹਾਡਾ ਪੂਰਾ ਸਾਲ ਉੱਡ ਕੇ ਆਉਂਦਾ ਪਿਆ, ਤੁਸੀਂ ਵੀ ਕੋਸ਼ਿਸ਼ ਕਰੋ ਕਿ ਉਹਦੇ ਵਿੱਚ ਚੀਜ਼ਾਂ ਨੋਟ ਕਰੋ ਕਿ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਡਿਫਰੈਂਟ ਨੇ। ਜਾਂ ਇੱਕ ਕਬੂਤਰ ਤੁਹਾਡਾ ਤੂਫਾਨ ਵਿੱਚ ਉੱਡ ਕੇ ਸਾਹਮਣੇ ਰੁਕ ਕੇ ਘਰ ਉੱਡਦਾ, ਤੂਫਾਨ ਦਿਹਾੜੀ ਸਾਰੀ 2-3 ਘੰਟੇ ਤੂਫਾਨ ਕੱਟਦਾ, ਉਹ ਕਬੂਤਰ ਉੱਡ ਕੇ ਬਹਿੰਦਾ ਤੇ ਤੁਸੀਂ ਉਸ ਕਬੂਤਰ ਨੂੰ ਫੜ ਕੇ ਤੱਕੋ ਕਿ ਯਾਰ ਇਹਦੇ ਵਿੱਚ ਕੀ ਚੀਜ਼ ਹੈ ਡਿਫਰੈਂਟ ਜਿਹੜੀ ਦੂਜਿਆਂ ਵਿੱਚ ਨਹੀਂ। ਤੇ ਇਹ ਚੀਜ਼ਾਂ ਤੱਕ ਕੇ ਤੁਹਾਨੂੰ ਪਤਾ ਲੱਗ ਜਾਂਦਾ ਹੈ। ਜਿਹੜਾ ਕਬੂਤਰ ਸ਼ਾਮ ਬਹਿੰਦਾ ਉਹਨੂੰ ਫੜ ਕੇ ਤੱਕੋ, ਜਿਹੜਾ ਕਬੂਤਰ 12 ਵਜੇ ਬਹਿੰਦਾ ਉਹਨੂੰ ਫੜ ਕੇ ਤੱਕੋ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਆਟੋਮੈਟਿਕ ਬਿਲਕੁਲ, ਮਗਰ ਇਹ ਹੈ ਕਿ ਇਹਦੇ ਵਾਸਤੇ ਤੁਹਾਨੂੰ ਟਾਈਮ ਜ਼ਰੂਰ ਦੇਣਾ ਪੈਣਾ। ਇਹ ਆਗੂ ਮੈਂ ਟਾਈਮ ਨਾ ਦਾਂ ਤੇ ਟਾਈਮ ਤੋਂ ਇਲਾਵਾ ਕਬੂਤਰਬਾਜ਼ੀ ਦਾ ਮੈਨੂੰ ਪਤਾ ਲੱਗ ਜੇ ਤੇ ਇਹ ਬੜੀ ਮੁਸ਼ਕਿਲ ਜੀ ਗੱਲ ਹੈ ਵੀਰੋ। ਤੇ ਮੈਂ ਵੀ ਇਹ ਤੁਹਾਡੇ ਨਾਲ ਜੇ ਗੱਲਾਂ ਕਰਨਾ ਨਾ ਪਿਆ ਕਬੂਤਰਬਾਜ਼ੀ ਦੀਆਂ, ਤੇ ਮੈਂ ਇਹ ਕੋਈ ਥੋੜ੍ਹਾ ਟਾਈਮ ਗੁਜ਼ਾਰਿਆ ਇਹਦੇ ਵਿੱਚ ਕਬੂਤਰਬਾਜ਼ੀ ਦੇ ਵਿੱਚ, ਤੇ ਤਾਂ ਜਿਹੜਾ ਨਾ ਸ਼ੌਕ ਤੇ ਕਾਇਮ ਹੈ। ਸ਼ੌਕ ਆਦਿ ਨੂੰ ਦਾੜੀ ਹੋ ਜਾਏ ਚਿੱਟੀ ਭਾਵੇਂ ਦੇ ਸ਼ੌਕ ਤੇ ਨਹੀਂ ਖਤਮ ਹੁੰਦੇ। ਤੇ ਇਸ ਗੱਲੇ ਜਿਤਨਾ ਵੀ ਤੁਸੀਂ ਆਪਣੇ ਜਾਨਵਰਾਂ ਪਰਿੰਦਿਆਂ ਨੂੰ ਟਾਈਮ ਦਿਓ ਦੇ, ਇੱਕ ਤੇ ਬਾਹਰੋਂ ਭੈੜੀਆਂ ਚੀਜ਼ਾਂ ਤੋਂ ਬਚੇ ਰਹੋ ਦੇ, ਭੈੜੀ ਸੰਗਤ ਤੋਂ ਬਚੇ ਰਹੋ ਦੇ, ਆਪਣੇ ਕਬੂਤਰਾਂ ਵਿੱਚ ਹੋਵੋ ਦੇ, ਆਪਣੇ ਪਰਿੰਦਿਆਂ ਵਿੱਚ ਹੋਵੋ ਦੇ, ਉਹਨਾਂ ਦੀ ਦੇਖਭਾਲ ਕਰੋ ਦੇ, ਤੇ ਤੁਸੀਂ ਜਿਹੜਾ ਬੜੇ ਹੋਰ ਢੇਰ ਸਾਰੀਆਂ ਕੰਮਾਂ ਤੋਂ ਬਚੇ ਰਹੋ। ਤੇ ਨਾਲੇ ਇਹ ਹੋਵੇਗਾ ਕਿ ਬੰਦਾ ਘਰ ਵਾਲਿਆਂ ਦੇ ਸਾਹਮਣੇ ਨਜ਼ਰ ਵਿੱਚ ਹੁੰਦਾ ਹੈ, ਜਿਸ ਟਾਈਮ ਕੋਈ ਜ਼ਰੂਰਤ ਪਰੇਸ਼ਾਨੀ ਬਣਦੀ ਘਰ ਵਾਲਿਆਂ ਨੂੰ ਵੀ, ਤੇ ਉਹ ਵੀ ਆਵਾਜ਼ ਮਾਰ ਸਕਦੇ ਨੇ ਤੁਹਾਨੂੰ ਕਿ ਯਾਰਾ ਚਲੋ ਇਹ ਹੈ ਛੱਤ ਜਾਂ ਕੋਠੇ 'ਤੇ ਹੈ, ਘਰ ਹੈ, ਜਿੰਝ ਵੀ ਹੈ ਉਹਨਾਂ ਨੂੰ ਪਤਾ ਹੁੰਦਾ ਕਿ ਯਾਰਾ ਬੰਦਾ ਘਰ ਹੈ। ਤੇ ਇਸ ਗੱਲੇ ਸਾਰੀਆਂ ਚੀਜ਼ਾਂ ਸਿੱਖਣੇ ਵਾਸਤੇ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਇਹ ਹੈ ਕਿ ਟਾਈਮ ਤੁਸੀਂ ਲਾਜ਼ਮੀ ਦੇਣਾ ਹੈ। ਨਾ ਕਿ ਇੱਕ ਕਬੂਤਰ ਰੱਖੇ ਨੇ ਤੁਸੀਂ ਤੇ ਆਪੂ ਦਿਹਾੜੀ ਸਾਰੀ ਜਿਹੜਾ ਜਾ ਕੇ ਉਹ ਲੋਕਾਂ ਦੇ, ਮੈਂ ਅਸੀਂ ਤਾਂ ਬੜੇ ਸ਼ਿਕਾਰੀ ਤੱਕੇ ਨੇ ਕਿ ਜਿਹੜੇ ਆਪੂ ਕਬੂਤਰ ਰੱਖੇ ਨੇ ਤੇ ਆਪਣੇ ਕਬੂਤਰਾਂ ਨੂੰ ਟਾਈਮ ਨਹੀਂ ਦੇਣਾ, ਮਗਰ ਜਾ ਕੇ ਲੋਕਾਂ ਦੀਆਂ ਛੱਤਾਂ 'ਤੇ ਦਿਹਾੜੀ ਸਾਰੀ ਬਹਿਣਾ, ਉੱਥੇ ਜਾ ਕੇ ਉਹਨਾਂ ਦੇ ਕਬੂਤਰ ਤੱਕਣੇ ਨੇ। ਤੇ ਠੀਕ ਹੈ, ਜਾਣਾ ਚਾਹੀਦਾ ਛੱਤਾਂ 'ਤੇ ਜਾਣਾ, ਇੱਕ ਅੱਧ ਦਿਹਾੜਾ ਹਫ਼ਤੇ ਵਿੱਚ ਹੋਣਾ ਚਾਹੀਦਾ, ਕਿਸੇ ਯਾਰ ਦੋਸਤ ਕਿਸੇ ਬੰਦੇ ਜਾਣਨ ਵਾਲੇ ਦੀ ਛੱਤ 'ਤੇ ਜਾਣਾ ਚਾਹੀਦਾ, ਤਾਂ ਹੀ ਪਤਾ ਲੱਗਦਾ ਤੁਹਾਨੂੰ। ਉਹਦੇ ਵੀ ਅੱਛੇ ਕਬੂਤਰ ਜਾ ਕੇ ਬੰਦਾ ਚੈੱਕ ਕਰਦਾ ਤੱਕਦਾ ਕਿ ਯਾਰ ਇਸ ਬੰਦੇ ਦੇ ਕਬੂਤਰ ਜਿਹੜਾ ਚੰਗਾ ਉੱਡਦਾ ਪਿਆ ਉਹਦੇ ਵਿੱਚ ਕਿਹੜੇ ਪੁਆਇੰਟ ਨੇ। ਤੇ ਭਾਈ ਜੀ ਜਿਹੜੇ ਕਬੂਤਰ ਸ਼ਾਮੀ 6 ਵਜੇ ਬਹਿਣ ਵਾਲੇ ਜੇ ਨਾ, ਜਿਹੜੇ ਕਬੂਤਰ ਸ਼ਾਮੀ 6-7 ਵਜੇ ਹਨੇਰੇ ਵਿੱਚ ਬਹਿਣ ਵਾਲੇ ਨੇ, ਉਹ ਤੁਸੀਂ ਕਬੂਤਰ ਫੜ ਕੇ ਤੱਕੋ ਦੇ, ਤਕਰੀਬਨ ਉਹਨਾਂ ਕਬੂਤਰਾਂ ਸਾਰਿਆਂ ਦੇ ਪੁਆਇੰਟ ਇੱਕੋ ਜਿਹੇ ਮਿਲਦੇ ਜੁਲਦੇ ਹੋਣ ਦੇ। ਡਿਫਰੈਂਸ ਉਹਨਾਂ ਦਾ ਇਹ ਹੋਵੇਗਾ, ਉਹਨਾਂ ਦੀ ਅੱਖ ਦਾ ਡਿਫਰੈਂਸ ਹੋਵੇਗਾ। ਅੱਖਾਂ ਉਹਨਾਂ ਦੀਆਂ ਲਹਿਦਾ ਕਲਰਾਂ ਦੀਆਂ ਹੋ ਸਕਦੀਆਂ ਨੇ, ਮਗਰ ਬਾਕੀ ਜਿਸਮ ਹੱਡੀ ਤਕਰੀਬਨ ਉਹਨਾਂ ਦਾ 75% 80% ਇੱਕੋ ਜਿਹਾ ਮਿਲਦਾ ਜੁਲਦਾ ਹੋਵੇਗਾ। ਪਰ ਵੀ ਉਹਨਾਂ ਦਾ ਤੇ ਜਿਸਮ ਹੱਡੀ ਪੰਜੇ ਛੰਜੇ ਇਹ ਸਭ ਕੁਝ ਉਹਨਾਂ ਦਾ 80-85% ਇੱਕੋ ਜਿਹਾ ਮਿਲਦਾ ਜੁਲਦਾ ਹੋਵੇਗਾ। ਉਹਨਾਂ ਵਿੱਚ ਥੋੜ੍ਹਾ ਜਿਹਾ ਕੋਈ ਹੋਵੇ, ਕੋਈ ਜਿਸਮ ਥੋੜ੍ਹਾ ਜਿਹਾ ਜਿਹੜਾ ਕੋਈ ਬੱਚੇ ਪਤਾ ਜਿਸ ਤਰ੍ਹਾਂ ਆਦਮੀ ਕਮਜ਼ੋਰ ਪਲ ਗਿਆ ਜਾਂ ਜੋੜਾ ਲਾਉਣ ਲੱਗਿਆ ਥੋੜ੍ਹਾ ਜਿਹਾ ਧਿਆਨ ਨਹੀਂ ਹੁੰਦਾ, ਜਾਂ ਕੋਈ 100 ਵਜ੍ਹਾ ਹੋ ਜਾਂਦੀਆਂ ਨੇ ਜਿਹਦੀ ਵਜ੍ਹਾ ਤੋਂ ਜਿਸਮ ਉਰਾਂ ਪਰਾਂ ਹੋ ਜਾਂਦਾ ਕਬੂਤਰਾਂ ਦਾ। ਤੇ ਇਸ ਗੱਲੇ ਜਿਹੜਾ ਨਾ ਤੁਸੀਂ ਕੋਸ਼ਿਸ਼ ਕਰਕੇ ਜਿਤਨਾ ਟਾਈਮ ਦਿਓਗੇ ਆਪਣੇ ਕਬੂਤਰਾਂ ਨੂੰ ਦਿਓ, ਤੇ ਤਾਂ ਹੀ ਤੁਹਾਨੂੰ ਪਤਾ ਲੱਗਣਾ, ਤਾਂ ਹੀ ਤੁਹਾਨੂੰ ਆਪਣੇ ਕਬੂਤਰਾਂ ਦੀ ਤਬੀਅਤ ਦਾ ਪਤਾ ਲੱਗਣਾ। ਮੇਰਾ ਕਬੂਤਰ ਕਿਹੜੀ ਤਬੀਅਤ ਦਾ, ਕੌੜਾ ਠੰਡਾ ਕਿਹੜੇ ਹਿਸਾਬ ਦਾ, ਸਾਰੀਆਂ ਚੀਜ਼ਾਂ ਤਾਂ ਹੀ ਬੰਦੇ ਨੂੰ ਪਤਾ ਲੱਗਦੀਆਂ ਨੇ। ਤੇ ਠੀਕ ਹੈ ਵੀਡੀਓ, ਫੀ ਮਾਨ ਅੱਲਾਹ, ਪਾਕਿਸਤਾਨ ਜ਼ਿੰਦਾਬਾਦ, ਯਾਰ ਸਲਾਮਤ ਤੇ ਸੋਬਤ। ਬਾਕੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੇ ਕਮੈਂਟ ਕਰਨਾ ਲਾਜ਼ਮੀ।